हेलो एंड वेलकम टू रेस अकेडमी ऑफिशियल। सत श्री अकाल साਰਿਆਂ ਨੂੰ नमस्ते आदाब। सो ਅੱਜ ਆਪਾਂ ਟੈਕਸੇਸ਼ਨ ਦੇ ਵਿੱਚ ਜੀਐਸਟੀ ਪੜ੍ਹਨਾਗਾ ਤੇ ਜੀਐਸਟੀ ਕੀ ਆ ਤੁਹਾਡਾ ਗੁੱਡਸ ਐਂਡ ਸਰਵਿਸਿਜ਼ ਟੈਕਸ। ਸੋ ਬਹੁਤ ਜਾਣੇ ਭੁਚਾਲ ਦੇ ਵਿੱਚ ਪਏ ਜਾਂਦੇ ਕਿ ਜੀਐਸਟੀ ਐਕਚੁਅਲ ਦੇ ਵਿੱਚ ਹੈ ਕਿ ਜੀਐਸਟੀ ਬਹੁਤ ਜਣਿਆਂ ਨੂੰ ਸਮਝ ਨਹੀਂ ਆਉਂਦਾ। ਸੋ ਅੱਜ ਤੋਂ ਬਾਅਦ ਤੁਹਾਨੂੰ ਜੀਐਸਟੀ ਤੋਂ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਚੰਗੀ ਤਰ੍ਹਾਂ ਤੁਸੀਂ ਜੀਐਸਟੀ ਨੂੰ ਕਲੀਅਰ ਕੱਟ ਸਮਝ ਲਵੋਗੇ, ਇਹ ਗਰੰਟੀ ਆ ਰਾਈਟ। ਜਿਵੇਂ ਐਕਸਾਈਜ਼ ਇੰਸਪੈਕਟਰ ਦੇ ਵਿੱਚ ਤੁਹਾਨੂੰ ਪਤਾ ਕਿ ਸਿਲੇਬਸ ਨਵਾਂ ਆਇਆ, ਨਵਾਂ ਚੇਂਜ ਹੋਇਆ ਸਿਲੇਬਸ, ਨਿਊ ਸਿਲੇਬਸ ਆਇਆ। ਉਹਦੇ ਵਿੱਚ ਇੰਡਸਟਰੀਅਲ ਪ੍ਰਮੋਸ਼ਨ ਡਿਵੈਲਪਮੈਂਟ ਦਾ ਇੱਕ ਤਾਂ ਸਿਲੇਬਸ ਹੈ, ਇੱਕ ਟੈਕਸੇਸ਼ਨ ਦਾ। ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਕਿ ਟੈਕਸੇਸ਼ਨ ਕੋਈ ਬੜਾ ਔਖਾ ਨਹੀਂ ਹੈਗਾ, ਇਹ ਤਾਂ ਇਕੋਨਮੀ ਹੈ ਬੇਸਿਕਲੀ, ਜਿਹੜਾ ਤੁਸੀਂ ਪਹਿਲਾਂ ਵੀ ਪੜ੍ਹਦੇ ਆਏ ਹੋ, ਕਿਤੇ ਨਾ ਕਿਤੇ ਤੁਸੀਂ ਇਹਦੇ ਨਾਲ ਜੁੜੇ ਹੋਏ ਹੋ। ਔਖਾ ਸੀਗਾ ਤੁਹਾਡਾ ਇੰਡਸਟਰੀਅਲ ਡਿਵੈਲਪਮੈਂਟ ਆਫਿਸਰ ਵਾਲਾ ਰਾਈਟ ਆ। ਸੋ ਉਹਦਾ ਜਿਹੜਾ ਪ੍ਰਮੋਸ਼ਨ ਬੇਸਿਕਲੀ ਡਿਵੈਲਪਮੈਂਟ ਦਾ ਜਿਹੜਾ ਸਿਲੇਬਸ ਦਿੱਤਾ ਹੋਇਆਗਾ, ਉਹਦੇ ਬਾਰੇ ਮੈਂ 2 ਲੈਕਚਰ ਪਹਿਲਾਂ ਹੀ ਆਲਰੇਡੀ ਅਪਲੋਡ ਕਰ ਚੁੱਕਿਆ YouTube ਤੇ। ਬਾਕੀ ਉਹਦਾ ਜਿਹੜਾ ਕੰਪਲੀਟ ਕੋਰਸ ਹੈ ਬੇਸਿਕਲੀ ਉਹ ਚੱਲ ਹੀ ਰਿਹਾਗਾ ਰਾਈਟ। ਸੋ ਇਹ ਵੀ ਲੈਕਚਰ ਬੇਸਿਕਲੀ ਜਿਵੇਂ ਇੰਡਸਟਰੀਅਲ ਡਿਵੈਲਪਮੈਂਟ ਆਫਿਸਰ ਦਾ ਜਿਹੜਾ ਮੈਂ ਪਾਇਆ ਸੀਗਾ ਪ੍ਰੋਗਰਾਮ ਦਾ, ਜਿਹੜੇ ਪਹਿਲੇ 2 ਲੈਕਚਰ ਐਜ਼ ਏ ਡੈਮੋ ਪਾਤੇ, ਤਾਂ ਮੈਂ ਹੁਣ ਟੈਕਸੇਸ਼ਨ ਦਾ ਵੀ ਤੁਹਾਨੂੰ ਜੀਐਸਟੀ ਇੱਕ ਤਰੀਕੇ ਦੇ ਨਾਲ ਡੈਮੋ ਹੀ ਦਿਖਾ ਰਿਹਾਗਾ ਕਿ ਜੇਕਰ ਤੁਸੀਂ ਉਸ ਕੋਰਸ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ। ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਇਹ ਲੈਕਚਰ ਵੀ ਤੁਹਾਨੂੰ YouTube ਤੇ ਵੀ ਮਿਲੂਗਾ ਤੇ ਇਹ ਲੈਕਚਰ ਤੁਹਾਨੂੰ ਐਪਲੀਕੇਸ਼ਨ ਦੇ ਵਿੱਚ ਤਾਂ ਮਿਲਣਾ ਹੀ ਮਿਲਣਾ, ਜਿਹੜੇ ਆਲਰੇਡੀ ਕੋਰਸ ਪਰਚੇਜ਼ ਕਰ ਚੁੱਕੇ ਆ ਰਾਈਟ। ਤਾਂ ਮੁੱਦਾ ਬਸ ਇਹੀ ਹੈ ਕਿ ਜੇਕਰ ਤੁਸੀਂ ਕੰਪਲੀਟ ਕਰਨਾ ਚਾਹੁੰਦੇ ਹੋ ਤਾਂ ਐਪਲੀਕੇਸ਼ਨ ਤੁਸੀਂ ਇੰਸਟਾਲ ਕਰੋ ਤੇ ਉੱਥੇ ਜਾ ਕੇ ਕੋਰਸ ਲੈ ਲਓ। ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਾ। ਚਲੋ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਹੁਣ ਆਪਾਂ ਜੀਐਸਟੀ ਦੀ ਗੱਲ ਕਰਦੇ ਹਾਂ। ਬੇਸਿਕਲੀ ਵਾਟ ਇਜ਼ ਜੀਐਸਟੀ ਤੇ ਜੀਐਸਟੀ ਦੇ ਟਾਈਪਸ ਕੀ ਆ। ਜੇ ਤੁਸੀਂ ਇਹਨੂੰ ਸਮਝ ਲਿਆ, ਟਾਈਪਸ ਨੂੰ ਸਮਝ ਲਿਆ, ਤਾਂ ਉਸ ਤੋਂ ਬਾਅਦ ਜੀਐਸਟੀ ਬਿਲਕੁਲ ਕਲੀਅਰ ਹੋ ਜਾਣਾ। ਅੱਜ ਤੋਂ ਬਾਅਦ ਤੁਸੀਂ ਜੀਐਸਟੀ ਤੋਂ ਕੋਈ ਵੀ ਕੁਐਸਚਨ ਨਹੀਂ ਛੱਡੋਗੇ ਰਾਈਟ। ਸੋ ਮੇਨ ਮੁੱਦਾ ਜੀਐਸਟੀ ਹੈ ਕੀ। ਚਲੋ ਕਰਦੇ ਹਾਂ ਸਟਾਰਟ। ਸੋ ਬੇਸਿਕਲੀ 2 ਤਰੀਕੇ ਦੇ ਟੈਕਸ ਹੁੰਦੇ ਆ। ਇੱਕ ਤਾਂ ਤੁਹਾਡਾ ਡਾਇਰੈਕਟ ਟੈਕਸ ਹੋ ਗਿਆ, ਇੱਕ ਤੁਹਾਡਾ ਇਨਡਾਇਰੈਕਟ ਟੈਕਸ ਹੋ ਗਿਆ। ਡਾਇਰੈਕਟ ਟੈਕਸ ਜਿਵੇਂ ਵੈਲਥ ਟੈਕਸ ਹੋ ਗਿਆ, ਗਿਫਟ ਟੈਕਸ ਹੋ ਗਿਆ। ਇਨਡਾਇਰੈਕਟ ਦੇ ਵਿੱਚ ਵੀ ਆਪਾਂ ਸੈਂਟਰ ਨੂੰ ਦੇ ਦਿੰਦੇ ਟੈਕਸ ਜਾਂ ਸਟੇਟ ਦੇ ਲੈਵਲ ਦੇ ਟੈਕਸ ਆਉਂਦੇ ਆ। ਜਿਵੇਂ ਐਂਟਰਟੇਨਮੈਂਟ ਆ ਜਿਹੜਾ ਤੁਹਾਡਾ ਸਟੇਟ ਟੈਕਸ ਆ ਗਿਆ, ਕਸਟਮ ਆ ਗਿਆ, ਐਕਸਾਈਜ਼ ਆ ਗਿਆ, ਤਾਂ ਉਹ ਤੁਹਾਡਾ ਸੈਂਟਰ ਲੈਵਲ ਤੇ ਆ ਗਿਆ। ਚਲੋ ਛੱਡੋ। ਤਾਂ ਕਹਿਣ ਦਾ ਮਤਲਬ ਬਹੁਤ ਸਾਰੇ ਟੈਕਸ ਸੀ ਜਿਨ੍ਹਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ। ਵੈਟ ਹੋ ਗਿਆ, ਕੈਟ ਹੋ ਗਿਆ, ਫਲਾਨਾ ਧਿਉਂਕਾ, ਇੰਨੇ ਜ਼ਿਆਦਾ ਟੈਕਸ ਹੋ ਗਏ ਕਿ ਉਲਝਣਬਾਜ਼ੀ ਜ਼ਿਆਦਾ ਹੋ ਗਈ। ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਸੀਗਾ, ਕਿਸੇ ਚੀਜ਼ ਤੇ ਜ਼ਿਆਦਾ ਟੈਕਸ ਲੱਗ ਜਾਂਦਾ ਸੀ, ਕਿਸੇ ਚੀਜ਼ ਤੇ ਘੱਟ ਲੱਗ ਜਾਂਦਾ ਸੀ। ਤਾਂ ਸਰਕਾਰ ਨੇ ਇੱਕੋ ਟੈਕਸ ਬਣਾਤਾ, ਉਹਨਾਂ ਸਾਰੇ ਟੈਕਸਾਂ ਦਾ ਕੰਬਾਈਨ ਸਰਕਾਰ ਨੇ ਇੱਕੋ ਟੈਕਸ ਬਣਾਤਾ। ਇਸੇ ਕਰਕੇ ਜਿਹੜੀ ਇਹਦੀ ਟੈਗ ਲਾਈਨ ਆ ਉਹ ਕੀ ਆ, 1 ਨੇਸ਼ਨ 1 ਟੈਕਸ ਤੇ 1 ਮਾਰਕੀਟ। ਇਸੇ ਨੂੰ ਹੀ ਆਪਾਂ ਜੀਐਸਟੀ ਕਹਿੰਦੇ ਆ ਰਾਈਟ। ਇਸੇ ਨੂੰ ਹੀ ਆਪਾਂ ਜੀਐਸਟੀ ਕਹਿੰਦੇ ਆ ਰਾਈਟ। ਹੋ ਗਿਆ। ਜਿਵੇਂ ਆਪਾਂ ਗੱਲ ਕਰੀਏ ਵੀ ਆਹ ਤੁਹਾਡੇ ਇਨਡਾਇਰੈਕਟ ਟੈਕਸ ਆ, ਲਗਭਗ 17 ਤਰ੍ਹਾਂ ਦੇ ਜਿਹੜੇ ਇਨਡਾਇਰੈਕਟ ਟੈਕਸ ਆ ਉਹਨਾਂ ਨੂੰ ਮਿਲਾ ਕੇ ਤੁਹਾਡਾ ਜੀਐਸਟੀ ਬਣ ਗਿਆ। ਆਹ ਦੇਖ ਲਓ ਹੱਥ ਮਿਲੇ ਹੋਏ। ਜਿਵੇਂ ਆਪਾਂ ਸੈਂਟਰਲ ਟੈਕਸਸ ਦੀ ਗੱਲ ਕਰ ਲਈਏ, ਉਹਦੇ ਵਿੱਚ ਸੈਂਟਰਲ ਐਕਸਾਈਜ਼ ਡਿਊਟੀ ਆ ਗਈ, ਤੁਹਾਡੇ ਕਸਟਮਸ ਆ ਜਾਣਗੇ, ਸਰਵਿਸ ਟੈਕਸ ਆ ਗਿਆ ਰਾਈਟ। ਸਟੇਟ ਟੈਕਸ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕੈਟ ਆ ਗਿਆ, ਵੈਟ ਆ ਗਿਆ, ਪਰਚੇਜ਼ ਟੈਕਸ ਆ ਗਿਆ, ਐਂਟਰਟੇਨਮੈਂਟ ਟੈਕਸ ਆ ਗਿਆ, ਲਗਜ਼ਰੀ ਟੈਕਸ ਆ ਗਿਆ, ਐਂਟਰੀ ਟੈਕਸ ਆ ਗਿਆ, ਗੈਂਬਲਿੰਗ ਹੋ ਗਈ ਰਾਈਟ, ਜਾਂ ਸਰਚਾਰਜ ਸੈਸਿਸ ਵਗੈਰਾ ਹੋ ਗਏ। ਸੋ ਕਹਿਣ ਦਾ ਮਤਲਬ ਕੀ ਆ ਕਿ 17 ਤਰ੍ਹਾਂ ਦੇ ਇੰਡਾਇਰੈਕਟ ਟੈਕਸ, ਇਹਨਾਂ ਨੂੰ ਵਾਰ-ਵਾਰ ਦੇਖਣਾ ਪੈਂਦਾ ਸੀ ਵੀ ਕਿਹਦੇ ਤੇ ਕਿੰਨਾ ਟੈਕਸ ਆ, ਫਲਾਨਾ ਧਿਉਂਕਾ। ਤਾਂ ਸਾਰਿਆਂ ਨੂੰ ਮਿਲਾ ਕੇ ਹੀ ਕੰਬਾਈਨ ਕਰਤਾ, ਜਿਹਨੂੰ ਆਪਾਂ ਕਹਿੰਦੇ ਆ ਜੀਐਸਟੀ। ਸੋ ਹੁਣ ਜੀਐਸਟੀ ਲੱਗਦਾ ਕਿਵੇਂ ਆ, ਜਦੋਂ ਤੁਸੀਂ ਇਹ ਚੀਜ਼ ਸਮਝ ਜਾਓਗੇ ਤਾਂ ਉਸ ਤੋਂ ਬਾਅਦ ਗੱਲਾਂ ਬਾਤਾਂ ਕਹਾਣੀਆਂ ਪੂਰੀਆਂ ਪਰਫੈਕਟ ਹੋ ਜਾਣਗੀਆਂ। ਤਾਂ ਹੁਣ ਉਹਨਾਂ ਨੂੰ ਸਮਝਣਾਗਾ ਰਾਈਟ। ਸੋ ਆਪਾਂ ਜੀਐਸਟੀ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਆਹ ਤੁਹਾਡਾ ਜੀਐਸਟੀ ਹੈ ਤੇ ਜੀਐਸਟੀ ਨੂੰ ਆਪਾਂ 4 ਭਾਗਾਂ ਦੇ ਵਿੱਚ ਵੰਡਣ ਵਾਲੇ ਆ। ਇਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਕਿ ਜੀਐਸਟੀ ਦੀਆਂ 4 ਤਰ੍ਹਾਂ ਦੇ ਸਲੈਬਸ ਆ ਰਾਈਟ। ਯਾਨੀ ਕਿ ਇੱਕ ਤੁਹਾਡੀ 0% ਦੀ ਸਲੈਬ ਆ, ਜਿਵੇਂ ਦੁੱਧ ਹੋ ਗਿਆ, ਆਂਡੇ ਹੋ ਗਏ ਰਾਈਟ, ਸੀਰੀਅਲਸ ਹੋ ਗਏ, ਇਹ ਤੁਹਾਡੇ 0% ਆ। ਯਾਨੀ ਕਿ ਆਮ ਜਿਵੇਂ ਕਹਿੰਦੇ ਹੁੰਦੇ ਵੀ ਇਹ ਤੇ ਵੀ ਟੈਕਸ ਲਾਤਾ ਤਾਂ ਫਿਰ ਕੀ ਆ, ਦੁੱਧ ਤੇ ਟੈਕਸ ਕੀ ਲਾਉਣਾ, ਸਰਕਾਰ ਨੇ ਨਹੀਂ ਲਾਇਆ ਰਾਈਟ। ਇੱਕ ਤੁਹਾਡੀ 5% ਦੀ ਸਲੈਬ ਹੈ ਜਿਹੜੀ ਕਿ ਬਹੁਤ ਜਿਵੇਂ ਕਿ ਤੁਹਾਡੀ ਸਪਾਈਸਿਸ ਹੋ ਗਏ ਰਾਈਟ ਹੈ, ਜਾਂ ਤੁਸੀਂ ਕਹਿ ਲਓ ਵੀ ਜਿਹੜੀ ਆਮ ਘਰ ਦੇ ਵਿੱਚ ਹੀ ਆਪਣੇ ਆਇਲ ਹੋ ਗਿਆ ਰਾਈਟ, ਤੇਲ ਵਗੈਰਾ। ਸੋ ਉਹ 5% ਦੇ ਵਿੱਚ ਆ ਜਾਊਗਾ ਰਾਈਟ। ਜਾਂ ਫਿਰ ਇਸ ਤੋਂ ਬਾਅਦ ਆਉਂਦੀ ਹੈ ਇੱਕ 12% ਦੀ ਸਲੈਬ ਹੁੰਦੀ ਹੈ, ਜਿਹਦੇ ਵਿੱਚ ਇਲੈਕਟ੍ਰੋਨਿਕ ਚੀਜ਼ਾਂ ਆ ਜਾਣਗੇ, ਕੰਪਿਊਟਰ ਵਗੈਰਾ ਆ ਜਾਊਗਾ, ਜਾਂ ਤੁਹਾਡੇ ਮਾੜੀ ਮੋਟੇ ਖਾਣ ਪੀਣ ਦੀ ਚੀਜ਼ਾਂ ਵੀ ਆ ਜਾਂਦੀਆਂ, ਜਿਵੇਂ ਪਨੀਰ ਆ ਗਿਆ, ਬਟਰ ਮਿਲਕ ਵਗੈਰਾ ਆ ਗਿਆ ਰਾਈਟ। ਉਹਦੇ 'ਚ ਤੁਹਾਨੂੰ 12% ਮਿਲ ਜੂਗਾ ਰਾਈਟ। ਇੱਕ ਤੁਹਾਡੀ ਆ ਜਾਂਦੀ 18%। ਸਭ ਤੋਂ ਜ਼ਿਆਦਾ ਪ੍ਰੋਡਕਟਸ ਆ ਜਿਹੜੀਆਂ 18% ਦੇ ਵਿੱਚ ਆਉਂਦੇ, ਤੁਸੀਂ ਆਮ ਤੌਰ ਤੇ ਦੇਖਦੇ ਵੀ ਹੋਗੇ ਕਿ 18% ਰੇਟ ਆ, ਕਿਉਂਕਿ ਮਸ਼ਹੂਰ ਵੀ ਇਹੀ ਆ, ਕਿਉਂਕਿ ਜ਼ਿਆਦਾਤਰ ਪ੍ਰੋਡਕਟ ਇਸੇ ਦੇ ਵਿੱਚ ਹੀ ਆਉਂਦੀਆਂ। 18% ਹੋ ਗਿਆ ਰਾਈਟ। ਤੇ ਇੱਕ ਸਭ ਤੋਂ ਇੰਪੋਰਟੈਂਟ ਜਿਹੜੀ ਹੈਗੀ ਉਹ ਹੈਗੀ 28% ਸਲੈਬ। 28% ਦੇ ਵਿੱਚ 에ਅਰ ਕੰਡੀਸ਼ਨਰ ਆ ਗਏ, ਜਿਹੜੇ ਕਿ ਲਗਜ਼ਰੀ ਬੇਸਿਕਲੀ ਲਗਜ਼ਰੀ ਕਾਰਾਂ ਵਗੈਰਾ ਜਾਂ ਲਗਜ਼ਰੀ ਜਿਹੜੀਆਂ ਚੀਜ਼ਾਂ ਹੈਗੀਆਂ, ਬਹੁਤ ਜ਼ਿਆਦਾ ਮਹਿੰਗੀਆਂ ਜਿਹੜੀਆਂ ਚੀਜ਼ਾਂ ਲਗਜ਼ਰੀ ਜਿਹੜੇ ਤੁਸੀਂ ਆਪਦੇ ਸ਼ੌਂਕ ਪੂਰੇ ਕਰਦੇ ਹੋ ਬੇਸਿਕਲੀ, ਉਹਦੇ ਤੇ ਲੱਗਦਾ 28% ਰਾਈਟ। ਸੋ ਇਹ ਸਲੈਬਸ ਆ ਬੇਸਿਕਲੀ ਰਾਈਟ।
ਤਾਂ ਹੁਣ ਜੀਐਸਟੀ ਦੀ ਆਪਾਂ ਗੱਲ ਕਰਦੇ ਸੀ ਤਾਂ ਜੀਐਸਟੀ ਬੇਸਿਕਲੀ ਚਾਰ ਹਿੱਸਿਆਂ ਦੇ ਵਿੱਚ ਵੰਡਤਾ। ਚਾਰ ਹਿੱਸਿਆਂ ਦੇ ਵਿੱਚ ਜੀਐਸਟੀ ਬਣਤਾ। ਜਿਵੇਂ ਪਹਿਲੇ ਦੀ ਆਪਾਂ ਗੱਲ ਕਰੀਏ ਤਾਂ ਪਹਿਲਾ ਤੁਹਾਡਾ ਸਟੇਟ ਜੀਐਸਟੀ ਯਾਨੀ ਐਸਜੀਐਸਟੀ। ਦੂਸਰਾ ਤੁਹਾਡਾ ਹੋ ਗਿਆ ਯੂਟੀ ਜੀਐਸਟੀ, ਯੂਟੀ ਦਾ ਮਤਲਬ ਯੂਨੀਅਨ ਟੈਰੀਟਰੀ ਹੋ ਗਿਆ। ਇੱਕ ਤੁਹਾਡਾ ਹੋ ਗਿਆ ਸੀਜੀਐਸਟੀ ਦਾ ਮਤਲਬ ਹੋ ਗਿਆ ਸੈਂਟਰ ਜੀਐਸਟੀ, ਰਾਈਟ। ਅਤੇ ਚੌਥਾ ਤੁਹਾਡਾ ਹੋ ਗਿਆ ਇੰਟੀਗ੍ਰੇਟਡ ਜੀਐਸਟੀ। ਹੁਣ ਇੰਟੀਗ੍ਰੇਟਡ ਜੀਐਸਟੀ ਕੀ ਆ, ਸੈਂਟਰ ਜੀਐਸਟੀ ਕੀ ਆ, ਸਟੇਟ ਜੀਐਸਟੀ ਕੀ ਆ ਤੇ ਤੁਹਾਡਾ ਯੂਟੀ ਜੀਐਸਟੀ ਕੀ ਆ, ਇਹਦੇ ਬਾਰੇ ਆਪਾਂ ਚਰਚਾ ਕਰਨੀ ਹੈ, ਰਾਈਟ। ਜਿਵੇਂ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਗਿਆ, ਪਰ ਥੋੜੀ ਜਿਹੀ ਕਲੈਰੀਫਾਈ ਤੁਹਾਨੂੰ ਕਰਨੀ ਪਊਗੀ। ਜਿਵੇਂ ਆਪਾਂ ਸਟੇਟ ਜੀਐਸਟੀ ਦੀ ਗੱਲ ਕਰ ਲਈਏ, ਐਸਜੀਐਸਟੀ ਦੀ ਗੱਲ ਕਰ ਲਈਏ। ਜੇ ਮੰਨ ਲਓ ਤੁਸੀਂ ਪਰਚੀ ਲੈ ਕੇ ਆਓ, ਕੋਈ ਚੀਜ਼ ਲੈ ਕੇ ਆਓ, ਤਾਂ ਤੁਸੀਂ ਦੇਖਦੇ ਹੋਗੇ ਇੱਕ ਤੁਹਾਨੂੰ ਇੱਥੇ ਲਿਖਿਆ ਪਿਆ ਹੋਊਗਾ ਸੀਜੀਐਸਟੀ 9% ਤੇ ਇੱਕ ਲਿਖਿਆ ਪਿਆ ਹੋਊਗਾ ਤੁਹਾਨੂੰ ਸਟੇਟ ਜੀਐਸਟੀ 9%। ਇਸ ਤਰੀਕੇ ਨਾਲ ਲਿਖਿਆ ਹੋਊਗਾ ਜੇਕਰ ਤੁਸੀਂ ਕਦੇ ਪਰਚੀ ਪੜ੍ਹ ਕੇ ਦੇਖੀ ਹੋਵੇ, ਰਾਈਟ। ਜੇ ਤੁਸੀਂ ਖਾਣ ਪੀਣ ਕਿਤੇ ਗਏ ਹੋ, ਰਾਈਟ। ਤਾਂ ਕਹਿਣ ਦਾ ਮਤਲਬ ਇਹ ਚੀਜ਼ ਕੀ ਆ, ਇਹ ਚੀਜ਼ ਕੀ ਆ। ਜਿਵੇਂ ਫੋਰ ਐਗਜ਼ਾਮਪਲ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਤਾਂ ਆਪਾਂ ਪੰਜਾਬ ਦੀ ਹੀ ਐਗਜ਼ਾਮਪਲ ਲੈ ਲਾਂਗੇ। ਆਪਣਾ ਆਹ ਪੰਜਾਬ ਹੈ, ਤੁਸੀਂ ਪੰਜਾਬ ਦੇ ਵਿੱਚ ਹੀ ਬੈਠੇ ਹੋ, ਪੰਜਾਬ ਦੇ ਵਿੱਚ ਬੈਠ ਕੇ ਪੰਜਾਬ ਦੀ ਕਿਸੇ ਦੁਕਾਨ ਤੋਂ ਹੀ ਚੀਜ਼ ਲੈ ਰਹੇ ਹੋ ਤੇ ਉਹਦੀ ਜਿਹੜੀ ਸਰਵਿਸ ਆ ਉਹ ਵੀ ਪੰਜਾਬ ਦੇ ਵਿੱਚ ਹੀ ਲੈ ਰਹੇ ਹੋ। ਕਹਿਣ ਦਾ ਮਤਲਬ ਕੀ ਆ ਕਿ ਪੰਜਾਬ ਦੇ ਵਿੱਚ ਪਈ ਚੀਜ਼, ਫੋਰ ਐਗਜ਼ਾਮਪਲ ਜਿਵੇਂ ਹੁਣ ਕੱਲ ਪਰਸੋਂ ਮੈਂ ਗਿਆ, ਮੈਂ ਕਾਰਵਾਂ ਲੈ ਕੇ ਆਇਆ। ਕਾਰਵਾਂ ਜਿਹੜਾ ਆਪਣੇ ਗਾਣੇ ਗੁਣੇ ਚੱਲਦੇ ਜਿਹਦੇ ਵਿੱਚ ਪੁਰਾਣੇ ਗੀਤ, ਕਾਰਵਾਂ ਲੈ ਕੇ ਆਇਆ। ਕਾਰਵਾਂ ਮੈਂ ਪੰਜਾਬ ਤੋਂ ਹੀ ਲਿਆ ਤੇ ਮੇਰੀ ਸਰਵਿਸ ਯਾਨੀ ਉਹ ਪੰਜਾਬ ਦੇ ਵਿੱਚ ਹੀ ਰਹਿ ਗਿਆ। ਸੋ ਇੱਥੇ ਜਿਹੜਾ ਲੱਗੂਗਾ ਉਹ ਕੀ ਲੱਗੂਗਾ, ਉਹ ਲੱਗ ਗਿਆ ਤੁਹਾਡਾ ਇੱਕ ਤਾਂ ਸਟੇਟ ਜੀਐਸਟੀ ਲੱਗ ਗਿਆ, ਇੱਕ ਤੁਹਾਡਾ ਲੱਗ ਗਿਆ ਸੈਂਟਰ ਜੀਐਸਟੀ, ਰਾਈਟ। ਹੁਣ ਮੁੱਦਾ ਸਮਝੋ ਧਿਆਨ ਦੇ ਨਾਲ। ਜੀਐਸਟੀ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੋਗੇ ਵੀ ਸੈਂਟਰ ਨੇ ਆਪਣਾ ਟੈਕਸ ਤਾਂ ਛੱਡਣਾ ਹੀ ਨਹੀਂ, ਆਪਣਾ ਟੈਕਸ ਛੱਡਣਾ ਨਹੀਂ। ਯਾਨੀ ਕਹਿਣ ਦਾ ਮਤਲਬ ਕੀ ਹੈ ਕਿ ਜੇਕਰ ਮੰਨ ਲਓ 18% ਜੀਐਸਟੀ ਲੱਗ ਰਿਹਾ ਹੈਗਾ ਤਾਂ ਇਹਦਾ 9% ਹਿੱਸਾ ਤਾਂ ਸਟੇਟ ਕੋਲੇ ਗਿਆ, ਜਿਵੇਂ ਪੰਜਾਬ ਤਾਂ ਪੰਜਾਬ ਦੇ ਵਿੱਚ ਹੀ ਚੀਜ਼ ਆ, ਪੰਜਾਬ ਦੇ ਵਿੱਚ ਉਹ ਚੀਜ਼ ਵੇਚਤੀ ਤਾਂ ਸਰਕਾਰ ਸਟੇਟ ਕੋਲੇ ਚਲਿਆ ਗਿਆ, ਪੰਜਾਬ ਸਰਕਾਰ ਕੋਲੇ ਚਲਿਆ ਗਿਆ 9% ਹਿੱਸਾ। ਤੇ 9% ਹਿੱਸਾ ਕੌਣ ਲੈ ਜੂਗੀ, ਸੈਂਟਰ ਜੀਐਸਟੀ ਲੈ ਜੂਗੀ, ਸੈਂਟਰ ਲੈ ਜੂਗਾ। ਯਾਨੀ ਕਿ ਉਸ ਨੂੰ ਆਪਾਂ ਸੈਂਟਰ ਜੀਐਸਟੀ ਕਹਿ ਦਿੰਦੇ ਆ। ਜਿਹੜਾ ਸਟੇਟ ਦੇ ਕੋਲੇ ਰਹਿ ਗਿਆ ਉਹ ਸਟੇਟ ਜੀਐਸਟੀ ਹੋ ਗਿਆ। ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆ। ਜਿਵੇਂ ਮੰਨ ਲਓ ਆਪਣਾ ਐਗਜ਼ਾਮਪਲ ਲੈ ਲਓ, ਤੁਸੀਂ यूपी ਦੀ ਐਗਜ਼ਾਮਪਲ ਲੈ ਲਓ। यूपी ਦੇ ਵਿੱਚ ਮੈਨੂਫੈਕਚਰਿੰਗ ਹੈ, यूपी ਦੇ ਵਿੱਚ ਹੀ ਆਪਾਂ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ। यूपी ਦੇ ਵਿੱਚ ਚੀਜ਼ ਪਈ ਆ ਤੇ यूपी ਦੇ ਵਿੱਚ ਹੀ ਆਪਾਂ ਉਹਨੂੰ ਸਰਵਿਸ ਪ੍ਰੋਵਾਈਡ ਕਰਵਾਤੀ। ਤਾਂ ਕਹਿਣ ਦਾ ਮਤਲਬ ਕੀ ਆ ਕਿ ਸਟੇਟ यूपी ਰੱਖ ਲੂਗੀ ਆਪਣਾ 9% ਹਿੱਸਾ। ਜੇ ਮੰਨ ਲਓ ਸਲੈਬਸ ਆ, ਜਿਵੇਂ ਮੰਨ ਲਓ 5% ਵਾਲੀ ਸਲੈਬ ਆ, ਕੋਈ ਚੀਜ਼ ਐਸੀ ਹੈ ਜਿਹਦੇ 5% ਲੱਗਦਾਗਾ ਤਾਂ ਇਹਦਾ ਮਤਲਬ 2.5 यूपी ਰੱਖ ਲੂਗਾ, 2.5 ਰੱਖ ਲੂਗਾ ਤੁਹਾਡਾ ਸੈਂਟਰ, ਰਾਈਟ। ਜੇ 12% ਦੀ ਸਲੈਬ ਆ ਤਾਂ 6 यूपी ਰੱਖ ਲੂਗਾ, 6 ਤੁਹਾਡਾ ਰੱਖ ਲੂਗਾ ਸੈਂਟਰ। ਜੇ 18 ਦੀ ਹੈ ਤਾਂ 9 ਰੱਖ ਲੂਗਾ, ਤਾਂ 9 ਯਾਨੀ ਕਹਿਣ ਦਾ ਮਤਲਬ ਅੱਧਾ ਅੱਧਾ ਰੱਖ ਲੈਣਗੇ, ਰਾਈਟ। ਸੋ ਸਟੇਟ ਜੀਐਸਟੀ ਦਾ ਮਤਲਬ ਕੀ ਆ ਕਿ ਉਸੇ ਸਟੇਟ ਦੇ ਵਿੱਚ ਚੀਜ਼ ਪਈ ਆ, ਉਸੇ ਸਟੇਟ ਦੇ ਵਿੱਚ ਵੇਚਤੀ ਤਾਂ ਇਹਦਾ ਮਤਲਬ ਅੱਧਾ ਰੱਖ ਲੂ ਸਟੇਟ ਤੇ ਅੱਧਾ ਰੱਖ ਲੂ ਸੈਂਟਰ। ਸਮਝ ਲੱਗ ਗਈ? ਚਲੋ ਬਹੁਤ ਕਹਾਣੀ ਸੋਲਵ ਹੋ ਗਈ। ਇਸ ਤੋਂ ਬਾਅਦ ਹੁਣ ਯਾਨੀ ਕਿ ਇੱਥੇ ਤੁਸੀਂ ਇੱਕ ਚੀਜ਼ ਦੇਖੋ ਵੀ ਇੱਥੇ ਸੈਂਟਰ ਦਾ ਫਾਇਦਾ ਵੀ ਹੋ ਗਿਆ, ਸਟੇਟ ਦਾ ਫਾਇਦਾ ਵੀ ਹੋ ਗਿਆ, ਦੋਨਾਂ ਨੇ ਆਪਣਾ ਅੱਧਾ ਅੱਧਾ ਹਿੱਸਾ ਰੱਖ ਲਿਆ। ਚਲੋ ਇਸ ਤੋਂ ਬਾਅਦ ਆਪਾਂ ਗੱਲ ਕਰ ਲਿਆ ਹੁਣ ਯੂਟੀ ਜੀਐਸਟੀ ਦੀ। ਯੂਟੀ ਜੀਐਸਟੀ ਵੀ ਬਿਲਕੁਲ ਸਟੇਟ ਜੀਐਸਟੀ ਆਊਗਾ, ਬਸ ਇੱਥੇ ਯੂਨੀਅਨ ਟੈਰੀਟਰੀ ਆ। ਫੋਰ ਐਗਜ਼ਾਮਪਲ ਆਪਾਂ ਚੰਡੀਗੜ੍ਹ ਦੀ ਗੱਲ ਕਰ ਲਈਏ, ਆਪਾਂ ਦਿੱਲੀ ਦੀ ਗੱਲ ਕਰ ਲਈਏ, ਆਪਾਂ ਪੁਡੂਚੇਰੀ ਦੀ ਗੱਲ ਕਰ ਲਈਏ, ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰ ਲਈਏ, ਜਿੰਨੀਆਂ ਵੀ ਯੂਟੀਆਂ ਸਾਰਿਆਂ ਦੀ ਗੱਲ ਕਰ ਲਓ। ਜੇ ਤੁਸੀਂ ਯੂਟੀ ਦੇ ਵਿੱਚ ਕੋਈ ਚੀਜ਼ ਲਈ ਆ ਤੇ यूटी ਦੇ ਵਿੱਚ ਹੀ ਉਹਦੀ ਸਰਵਿਸ ਪ੍ਰੋਵਾਈਡ ਹੋਗੀ, ਯਾਨੀ यूटी ਤੇ ਚੀਜ਼ ਪਈ ਆ ਤੇ यूटी ਦੇ ਵਿੱਚ ਹੀ ਉਹ ਰਹਿ ਗਈ, ਤਾਂ ਕਹਿਣ ਦਾ ਮਤਲਬ ਕੀ ਆ ਕਿ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਊ। ਸੀਜੀਐਸਟੀ ਤਾਂ ਕਿਤੇ ਨਹੀਂ ਗਿਆ, ਸੈਂਟਰ ਨੇ ਤਾਂ ਆਪਣਾ ਹਿੱਸਾ ਛੱਡਣਾ ਹੀ ਨਹੀਂ। ਜੇਕਰ 18% ਦੀ ਸਲੈਬ ਆ ਤਾਂ 9% ਸੈਂਟਰ ਲੈ ਗਿਆ ਤੇ 9% ਤੁਹਾਡਾ यूटी ਲੈ ਗਿਆ, ਰਾਈਟ। ਯਾਨੀ ਕਿ ਅੱਧਾ ਰੱਖੂਗਾ यूटी ਤੇ ਅੱਧਾ ਰੱਖੂਗਾ ਸੈਂਟਰ, ਬਿਲਕੁਲ ਐਜ਼ ਜਿਵੇਂ ਆਪਾਂ ਸੇਮ ਸਟੇਟ ਪੜਿਆਗਾ। ਬਹੁਤ ਸਿੰਪਲ ਹੋ ਗਿਆ। ਚਲੋ ਯਾਨੀ ਕਿ ਤੁਹਾਨੂੰ ਇਹ ਵੀ ਤੁਹਾਡੇ ਪੱਲੇ ਪੈ ਗਿਆ ਕਿ यूटी जीएसटी बेसिकली की हो गया, यानी सेंटर दे विच लै गया। सेंटर जीएसटी तो तुहानूं पता लग ही गया भी अद्धा ही रखदा ही रखदा। गल जिहड़ी प्रॉब्लम आई आ वो आ गई तुहाडी इंटीग्रेटेड जीएसटी ते इंटीग्रेटेड जीएसटी। ते इंटीग्रेटेड जीएसटी की आ, हुण आपां गल कीती है स्टेट दे विच कि स्टेट दे विच चीज़ पई है ते स्टेट दे विच ही आपां सर्विस प्रोवाइड करवाती। यूटी है, यूटी दे विच चीज़ पई है तो यूटी दे विच ही आपां सर्विस प्रोवाइड करवाती। फॉर एग्जाम्पल मैं लैपटॉप लैके आया एंड वो मैं लैपटॉप मान लो किसी होर स्टेट तो लैके आया, मान लो हरियाणा तो लैके आया, मान लो हरियाणा तो लैके आया तो मैं जाना यानी कि वो जी सर्विस प्रोवाइड करवानी है, यानी वो पंजाब दे विच प्रोवाइड करवानी है, यानी वो पंजाब दे विच प्रोवाइड करवानी है। मान लो हरियाणे तो पंजाब तो एक ऑर्डर गया हरियाणे कन्नी भी भाई ऐ करके तुसीं पंजाब दे विच इन्ने गिणती दे लैपटॉप भेजणे, इन्नी गिणती दे कुछ ना कुछ करना गा, राइट हो गया। सो कहण दा मतलब की है कि जदों यह ऑर्डर जाऊगा तो इत्थे हुण जिहड़ा टैक्स पऊगा वो पऊगा IGST,
ਉਹ ਪਊਗਾ IGST। IGST ਜਿਹੜਾ ਹੁੰਦਾ ਜੇ ਮੰਨ ਲਓ 18% ਦੀ ਸਲੈਬ ਆ ਤਾਂ ਇਹ 18 ਦਾ 18% 18 ਦਾ 18% ਸੈਂਟਰ ਲੈ ਜਾਊਗਾ। ਇਹ 18 ਦਾ 18% ਸੈਂਟਰ ਲੈ ਜਾਊਗਾ। ਕਾਰਨ ਕੀ ਆ, ਹੁਣ ਜਿਵੇਂ ਮੰਨ ਲਓ ਇੱਥੇ ਕਲੇਮ ਕਰੂਗਾ, ਹਰਿਆਣਾ ਕਹੂਗਾ ਵੀ ਮੇਰੇ ਤੋਂ ਚੀਜ਼ ਜਾ ਰਹੀ ਆ ਮੈਂ ਟੈਕਸ ਰੱਖੂਗਾ, ਪੰਜਾਬ ਕਹੂਗਾ ਵੀ ਅਸੀਂ ਤੁਹਾਡੇ ਤੋਂ ਖਰੀਦ ਰਹੇ ਆ ਅਸੀਂ ਟੈਕਸ ਰੱਖਾਂਗੇ। ਸੋ ਪੰਜਾਬ ਤੇ ਹਰਿਆਣਾ ਦੇ ਵਿੱਚ ਪੈ ਗਿਆ ਰੌਲਾ ਵੀ ਹੁਣ GST ਰੱਖੂ ਕੌਣ। ਸੈਂਟਰ ਕਹਿੰਦਾ ਤੁਸੀਂ ਦੋਨੇ ਦਫਾ ਹੋ ਮੈਂ ਰੱਖ ਦਾਂਗਾ। ਤਾਂ ਇੰਟੀਗ੍ਰੇਟਡ GST ਕੀ ਆ 18% ਸੈਂਟਰ ਰੱਖ ਦਾਂਗਾ। ਪਰ ਉਦੋਂ ਬਾਅਦ ਕੀ ਹੋਇਆ, ਸੈਂਟਰ ਨੇ ਆਪਣਾ ਅੱਧਾ ਹਿੱਸਾ ਕਿਹਨੂੰ ਦੇਤਾ, ਜਿੱਥੇ ਉਹ ਚੀਜ਼ ਗਈ ਹੈ, ਯਾਨੀ ਪੰਜਾਬ ਨੂੰ ਦੇਤਾ। ਕਾਰਨ ਕੀ ਆ, ਕਾਰਨ ਮੁੱਦਾ ਮਤਲਬ ਇਹ ਹੈ ਕਿ ਅੱਧਾ ਕਿਉਂ ਦੇਤਾ। ਇਹ ਕਿਹਾ ਵੀ ਹਰਿਆਣੇ ਵਾਲਿਓ ਤੁਸੀਂ ਚੀਜ਼ ਆਪਣੀ ਬਣਾਈ, ਰਾਈਟ। ਮੰਨ ਲਓ ਤੁਹਾਡਾ ਪੈਸਾ ਲੱਗ ਗਿਆ ਭਾਈ ਇੰਨਾ, ਤੁਸੀਂ ਚੀਜ਼ ਬਣਾਈ, ਮੰਨ ਲਓ ਤੁਸੀਂ ਲੱਖ ਰੁਪਏ ਦੀ ਚੀਜ਼ ਬਣਾਈ ਤੇ ਤੁਸੀਂ 1.5 ਲੱਖ ਦੀ ਵੇਚਦੀ, 50,000 ਦਾ ਹਰਿਆਣੇ ਨੂੰ ਫਾਇਦਾ ਹੋ ਗਿਆ ਕਿ ਨਹੀਂ ਹੋ ਗਿਆ। ਯਾਨੀ ਹਰਿਆਣੇ ਨੇ ਜੋ ਚੀਜ਼ ਬਣਾਈ ਹਰਿਆਣੇ ਦੀ ਉਹ ਵਿਕ ਗਈ। ਸਿੱਧੀ ਜੀ ਗੱਲ ਆ, ਜੇ ਮੈਂ ਹੁਣ ਆਪਣਾ ਕੋਰਸ ਬਣਾਇਆ, ਜੇ ਮੇਰਾ ਕੋਰਸ ਵਿਕ ਗਿਆ ਤਾਂ ਮੈਨੂੰ ਫਾਇਦਾ ਹੀ ਹੈ, ਰਾਈਟ, ਮੈਨੂੰ ਫਾਇਦਾ ਹੀ ਹੈ। ਸੋ ਕਹਿਣ ਦਾ ਮਤਲਬ ਕੀ ਆ ਕਿ ਹਰਿਆਣੇ ਨੇ ਚੀਜ਼ ਬਣਾਈ ਤੇ ਹਰਿਆਣੇ ਦੀ ਉਹ ਚੀਜ਼ ਬਣੀ ਬਣਾਈ ਵਿਕ ਗਈ, ਯਾਨੀ ਹਰਿਆਣੇ ਨੂੰ ਫਾਇਦਾ ਤਾਂ ਹੋਇਆ ਹੀ ਹੈ, ਰਾਈਟ। ਟੈਕਸ ਪੰਜਾਬ ਨੂੰ ਕਿਉਂ ਦੇਤਾ, ਕਿਉਂਕਿ ਹਰਿਆਣੇ ਦਾ ਜਿਹੜਾ ਫਾਇਦਾ ਹੋ ਗਿਆ ਉਹ ਟੈਕਸ ਜਿਹੜਾ ਮੰਨ ਲਓ ਪੰਜਾਬ ਨੂੰ ਜੇਕਰ ਆ ਗਿਆ ਤਾਂ ਇੱਥੇ ਪੰਜਾਬ ਨੂੰ ਫਾਇਦਾ ਹੋ ਗਿਆ। ਪੰਜਾਬ ਜੇ ਮੰਨ ਲਓ ਹੁਣ ਸਿੱਧੀ ਜੀ ਗੱਲ ਆ, ਪੰਜਾਬ ਨੇ ਹਰਿਆਣੇ ਤੋਂ ਆਰਡਰ ਕਰਤਾ ਤੇ ਪੰਜਾਬ ਨੂੰ ਜੇਕਰ ਉਹ ਟੈਕਸ ਅੱਧਾ ਮਿਲ ਗਿਆ ਤਾਂ ਇਹਦਾ ਮਤਲਬ ਪੰਜਾਬ ਦਾ ਵੀ ਫਾਇਦਾ ਹੋ ਗਿਆ। ਹਰਿਆਣੇ ਦਾ ਫਾਇਦਾ ਕੀ ਹੋ ਗਿਆ ਵੀ ਹਰਿਆਣੇ ਦੀ ਚੀਜ਼ ਵਿਕ ਗਈ, ਰਾਈਟ। ਸੋ ਸੈਂਟਰ ਨੇ ਇੱਥੇ ਬੇਸਿਕਲੀ ਬੈਲੈਂਸ ਕਰਤਾ ਇਹ ਚੀਜ਼ ਮਨਾਉਣ ਵਾਸਤੇ। ਬੜੇ ਦੇਸੀ ਢੰਗ ਦੇ ਨਾਲ ਸਮਝਾਇਆ ਤੁਹਾਨੂੰ ਮੈਂ, ਰਾਈਟ। ਸੋ ਕਹਿਣ ਦਾ ਮਤਲਬ ਕੀ ਹੈ ਕਿ ਇੰਟੀਗ੍ਰੇਟਡ GST 18% ਦਾ 18% ਸੈਂਟਰ ਲੈ ਜਾਂਦਾ, ਬਾਅਦ ਦੇ ਵਿੱਚ ਉਹ 9% ਯਾਨੀ ਅੱਧਾ ਜਿਹੜਾ ਹੈਗਾ ਉਹ ਉਸ ਨੂੰ ਦੇ ਦਿੰਦਾਗਾ ਜਿੱਥੇ ਡੈਸਟੀਨੇਸ਼ਨ ਹੈ, ਜਿੱਥੇ ਡੈਸਟੀਨੇਸ਼ਨ ਹੈ ਯਾਨੀ ਕਿ ਜਿੱਥੇ ਚੀਜ਼ ਪਹੁੰਚ ਰਹੀ ਆ। ਇਸੇ ਕਰਕੇ ਇੰਟੀਗ੍ਰੇਟਡ GST ਨੂੰ ਆਪਾਂ ਡੈਸਟੀਨੇਸ਼ਨ GST ਵੀ ਕਹਿੰਦੇ ਆ ਤੇ ਆਪਾਂ ਕਈ ਵਾਰੀ ਪੂਰੇ GST ਨੂੰ ਵੀ ਡੈਸਟੀਨੇਸ਼ਨ GST ਕਹਿ ਦਿੰਦੇ ਆ। ਸੋ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਕਿ what is destination GST। ਸੋ ਡੈਸਟੀਨੇਸ਼ਨ GST ਦਾ ਮਤਲਬ ਕੀ ਆ, ਇੰਟੀਗ੍ਰੇਟਡ GST ਆ। ਇੰਟੀਗ੍ਰੇਟਡ GST ਦਾ ਮਤਲਬ ਕੀ ਆ ਕਿ ਇੱਕ ਸਟੇਟ ਤੋਂ ਦੂਸਰੀ ਸਟੇਟ ਦਾ ਵੱਲ ਪ੍ਰੋਵਾਈਡ ਹੋਣੀ ਸਰਵਿਸ, ਰਾਈਟ ਹੋ ਗਿਆ। ਸੋ ਇਹ ਬਹੁਤ ਤਗੜੇ ਤਰੀਕੇ ਦੇ ਨਾਲ ਤੁਹਾਨੂੰ ਮੈਂ ਚਾਰੇ ਸਮਝਾਤੇ। ਇੱਕ ਮੈਂ ਤੁਹਾਡੇ ਸਾਹਮਣੇ ਗ੍ਰਾਫ ਲੈ ਕੇ ਆਉਣਾ, ਉਸ ਗ੍ਰਾਫ ਤੋਂ ਚੀਜ਼ਾਂ ਨੂੰ ਸਮਝੋ, ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਹੋਇਆ, ਰਾਈਟ। ਜਿਵੇਂ ਆਹ ਤੁਹਾਡੇ ਸਾਹਮਣੇ ਗ੍ਰਾਫ ਹੈ, ਰਾਈਟ, ਦੇਖ ਲਓ। ਜਿਵੇਂ ਫੋਰ ਐਗਜ਼ਾਮਪਲ ਆਪਾਂ IGST ਦੀ ਗੱਲ ਕੀਤੀ, ਜਾਂ ਸਭ ਤੋਂ ਪਹਿਲਾਂ ਆਪਾਂ SGST ਦੀ ਗੱਲ ਕਰ ਲੈਂਦੇ ਆ। ਤੁਹਾਡਾ ਸਟੇਟ 1 ਹੈ ਜਿਹਨੂੰ ਮੈਂ ਮੰਨ ਲਓ ਪੰਜਾਬ ਕਹਿ ਦਿੰਦਾ, ਆਹ ਤੁਹਾਡਾ ਸਟੇਟ 1 ਹੈ ਜਿਹਨੂੰ ਆਪਾਂ ਪੰਜਾਬ ਕਹਿਤਾ। ਹੁਣ ਇਹ ਕੋਈ ਜਿਹੜੀ ਚੀਜ਼ ਆ ਉਹ ਪੰਜਾਬ ਦੇ ਵਿੱਚ ਹੀ ਘੁੰਮੀ ਜਾਂਦੀ ਆ, ਰਾਈਟ। ਪੰਜਾਬ ਦੇ ਵਿੱਚ ਹੀ ਪਈ ਆ, ਪੰਜਾਬ ਦੇ ਵਿੱਚ ਹੀ ਘੁੰਮੀ ਜਾਂਦੀ ਆ। ਤੇ ਇੱਥੇ ਦੋ ਤਰੀਕੇ ਦੇ ਲੱਗ ਜਾਣਗੇ। ਇੱਕ ਤਾਂ ਤੁਹਾਡਾ ਸੈਂਟਰ GST ਹੋ ਗਿਆ, ਜੇ 18% ਦੀ ਸਲੈਬ ਆ ਤਾਂ 9% ਤੁਹਾਡਾ ਸੈਂਟਰ GST ਲੈ ਗਿਆ ਐਂਡ 9% ਤੁਹਾਡਾ ਸਟੇਟ GST ਲੈ ਗਿਆ। ਬਹੁਤ ਸਿੰਪਲ ਜੀ ਗੱਲ ਹੋ ਗਈ। ਜੇ ਮੰਨ ਲਓ ਆਹ ਪੰਜਾਬ ਸਟੇਟ ਤੋਂ ਯਾਨੀ ਸਟੇਟ 1 ਤੋਂ ਇਹ ਸਟੇਟ 2 ਵੱਲ ਆ ਗਈ, ਸਟੇਟ 2 ਵੱਲ ਆ ਗਈ ਪੰਜਾਬ ਤੋਂ, ਇਹ ਮੰਨ ਲਓ ਆਹ ਸਟੇਟ ਤੁਸੀਂ ਦੂਸਰੀ ਮੰਨ ਲਓ ਹਰਿਆਣਾ, ਰਾਈਟ। ਪੰਜਾਬ ਸਟੇਟ ਤੋਂ ਇਹ ਹਰਿਆਣਾ ਸਟੇਟ ਵੱਲ ਆ ਗਈ, ਪੰਜਾਬ ਸਟੇਟ ਤੋਂ ਇਹ ਹਰਿਆਣਾ ਸਟੇਟ ਵੱਲ ਆ ਗਈ ਤਾਂ ਕੀ ਲੱਗੂਗਾ IGST, ਜਿਹੜੀ ਮੈਂ ਹੁਣੀ ਗੱਲ ਦੱਸ ਕੇ ਹਟਿਆ, ਇੰਟੀਗ੍ਰੇਟਡ GST। ਇੰਟੀਗ੍ਰੇਟਡ GST ਜਿਹੜਾ ਸੈਂਟਰ ਕੋਲ ਜਾਊਗਾ ਤੇ ਫਿਰ ਜਿਹੜਾ IGST ਸੈਂਟਰ ਯਾਨੀ ਜਿਹੜਾ ਹੈਗਾ ਉਹ ਅੱਧਾ ਦੇ ਦੂਗਾ ਜਿੱਥੇ ਉਹ ਚੀਜ਼ ਗਈ ਹੈ, ਯਾਨੀ ਸਟੇਟ 2 ਕੋਲੇ। ਸਮਝ ਲੱਗੀ। ਸੋ ਇਹ ਚੀਜ਼ ਮੇਰੇ ਹਿਸਾਬ ਨਾਲ ਤੁਸੀਂ ਸਮਝ ਗਏ ਹੋਗੇ, ਰਾਈਟ। ਉਸੇ ਤਰੀਕੇ ਦੇ ਨਾਲ ਜੇ ਮੰਨ ਲਓ ਸਟੇਟ 2 ਹੈ ਹਰਿਆਣਾ ਤੋਂ ਚਲੀ ਗਈ ਉਹ UT ਦੇ ਵਿੱਚ, ਹਰਿਆਣਾ ਤੋਂ ਚਲੀ ਗਈ ਉਹ UT ਦੇ ਵਿੱਚ। ਜਦੋਂ UT ਦੇ ਵਿੱਚ ਚਲੀ ਗਈ ਤਾਂ ਉੱਥੇ ਵੀ IGST ਮਤਲਬ ਸੈਂਟਰ ਕੋਲੇ ਚਲੇ ਜਾਊਗਾ ਤਾਂ ਅੱਧਾ ਅੱਧਾ ਕਰ ਲੈਣਗੇ, UT ਨੂੰ ਦੇ ਦੇਣਗੇ। ਇਹ ਚੀਜ਼ ਤੁਸੀਂ ਸਮਝ ਗਏ ਭਾਈ। ਸੋ ਇਹ ਬਹੁਤ ਤਕੜੇ ਤਰੀਕੇ ਦੇ ਨਾਲ ਆ। ਤੇ ਜੇਕਰ ਆਪਾਂ ਫੋਰਨ ਟੈਰੀਟਰੀ ਦੀ ਗੱਲ ਕਰੀਏ, ਫੋਰਨ ਟੈਰੀਟਰੀ ਦਾ ਵੀ ਉਹੀ ਚੀਜ਼ ਹੈ ਕਿ ਫੋਰਨ ਟੈਰੀਟਰੀ ਦੀ ਜੇਕਰ ਚੀਜ਼ ਆਊਗੀ ਤਾਂ ਇੰਟੀਗ੍ਰੇਟਡ GST ਲੱਗੂਗਾ। ਬਹੁਤ ਤਕੜੇ ਤਰੀਕੇ ਦੇ ਨਾਲ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਣੀ ਹੈ, ਰਾਈਟ। ਸੋ ਇਹ ਗ੍ਰਾਫ ਤੋਂ ਚੰਗੀ ਤਰ੍ਹਾਂ ਤੁਸੀਂ ਸਮਝਣਾਗਾ ਇਹ ਚੀਜ਼ ਤੁਹਾਨੂੰ ਜੋ ਮੈਂ ਸਮਝਾਈ ਆ, ਰਾਈਟ ਹੋ ਗਿਆ, ਸਮਝ ਲੱਗ ਗਈ ਭਾਈ। ਸੋ ਇੰਟੀਗ੍ਰੇਟਡ GST ਲੱਗ ਗਿਆ, ਰਾਈਟ। ਹੁਣ ਇੱਥੇ ਯੂਨੀਅਨ ਟੈਰੀਟਰੀ ਵਿਦਆਊਟ ਲੈਜਿਸਲੇਚਰ ਕਿਉਂ ਲਿਖਿਆ, ਯਾਨੀ ਜਿੱਥੇ ਲੈਜਿਸਲੇਚਰ ਹੈ, ਜਿਵੇਂ ਦਿੱਲੀ ਹੋ ਗਿਆ, ਪੁਡੂਚੇਰੀ ਹੋ ਗਿਆ, ਜੰਮੂ ਕਸ਼ਮੀਰ ਹੋ ਗਿਆ, ਤਾਂ ਉੱਥੇ ਸਟੇਟ GST ਕੰਮ ਕਰਦਾਗਾ, ਰਾਈਟ। ਜਿਵੇਂ ਦਿੱਲੀ ਦੇ ਵਿੱਚ ਜਾਓਗੇ ਤਾਂ ਉੱਥੇ ਸਟੇਟ GST ਕੰਮ ਕਰੂਗਾ ਕਿਉਂਕਿ ਉਹਨਾਂ ਕੋਲੇ ਲੈਜਿਸਲੇਚਰ ਹੈ। ਇੱਕ ਤਰੀਕੇ ਦੇ ਨਾਲ ਉਹ ਸਟੇਟ ਦੇ ਤੌਰ ਤਰੀਕੇ ਨਾਲ ਕੰਮ ਕਰਦਾਗਾ ਕਿਉਂਕਿ CM ਉੱਥੇ ਸਟੇਟ ਦੇ ਵਿੱਚ ਵੀ CM ਹੀ ਹੁੰਦਾ, ਇਸ ਤਰੀਕੇ ਦੇ ਨਾਲ, ਰਾਈਟ। ਸੋ ਮੇਰੇ ਹਿਸਾਬ ਦੇ ਨਾਲ ਤੁਸੀਂ ਇਹ ਚੀਜ਼ ਸਮਝ ਗਏ ਹੋਗੇ ਬਹੁਤ ਵਧੀਆ ਤਰੀਕੇ ਦੇ ਨਾਲ। ਤਾਂ ਅੱਜ ਤੋਂ ਬਾਅਦ GST ਨੂੰ ਜੇਕਰ ਪੁੱਛਿਆ ਜਾਵੇ ਤਾਂ 4 ਤਰੀਕੇ ਦਾ ਸਟੇਟ GST ਹੋ ਗਿਆ, ਅੱਧਾ ਅੱਧਾ ਕਰ ਲੈਣਗੇ ਸੈਂਟਰ ਤੇ ਸਟੇਟ। UT GST ਹੋ ਗਿਆ, ਅੱਧਾ ਅੱਧਾ ਕਰ ਲੈਣਗੇ UT ਤੇ ਸੈਂਟਰ। ਇੰਟੀਗ੍ਰੇਟਡ ਹੋ ਗਿਆ, ਸੈਂਟਰ ਰੱਖੂਗਾ ਬਟ ਸੈਂਟਰ ਪ੍ਰੋਵਾਈਡ ਕਿਹਨੂੰ ਕਰੂਗਾ, ਅੱਧਾ GST ਡੈਸਟੀਨੇਸ਼ਨ ਜਿੱਥੇ ਉਹ ਚੀਜ਼ ਗਈ ਆ,
इंटीग्रेटेड जीएसटी बहुत इंपॉर्टेंट है, राइट हो गया। सो मेरे हिसाब के तुम ये चीज़ समझ गए होंगे। बाकी आ सारा कुछ लिखा होया, एक बार तुम इन्होंने जरूर पढ़ लेना। इंटीग्रेटेड जीएसटी, SC GST, ये सारा कुछ लिखा है। जिमें आ CGST है, इतने एग्जाम्पल लैके भी समझाया होया कि इफ़ यू आर ए बंगलौरू बेस्ड डीलर हो तुसी एंड आर सैलिंग अनदर डीलर बंगलौरू दे विच ही है, तो ਜਿਹੜਾ ਤੁਹਾਡਾ ਉਹਦੇ ਵਿੱਚ ਲੱਗਣਾ स्टेट GST ਤੇ CGST ਲੱਗ ਜਾਣਾ, ਅੱਧਾ ਅੱਧਾ ਤੁਹਾਡਾ ਹੋ ਜਾਊਗਾ, ਰਾਈਟ। ਕਹਿਣ ਦਾ ਮਤਲਬ ਉਹੀ ਹੈ ਕਿ ਜੇਕਰ 18% ਦੀ ਸਲੈਬ ਹੈ ਤਾਂ GST 9% ਤੁਹਾਡੇ ਕੋਲ ਰਹਿ ਜਾਊਗਾ, 9% ਸਰਕਾਰ ਕੋਲੇ ਚਲਾ ਜਾਊਗਾ। ਇਸੇ ਤਰੀਕੇ ਦੇ ਨਾਲ स्टेट GST ਸਮਝਾ ਰੱਖਿਆ, ਰਾਈਟ ਹੋ ਗਿਆ। ਇਸੇ ਤਰੀਕੇ ਦੇ ਨਾਲ ਤੁਹਾਡਾ UT GST ਹੋ ਗਿਆ, ਇਸੇ ਤਰੀਕੇ ਦੇ ਨਾਲ IGST, ਰਾਈਟ ਹੈ। ਸੋ ਮੇਰੇ ਹਿਸਾਬ ਦੇ ਨਾਲ ਤੁਸੀਂ ਚੀਜ਼ ਚੰਗੀ ਤਰ੍ਹਾਂ ਸਮਝ ਗਏ ਹੋਗੇ। ਆਹ ਵੈਸੇ SGST ਹੀ ਹੈ, ਸੈਂਟਰ GST ਤੇ ਤੁਸੀਂ ਸਮਝ ਹੀ ਰਹੇ ਹੋ। ਜੇ ਸੈਂਟਰ GST ਹੈ ਯਾਨੀ ਸੈਂਟਰ ਜਿਹੜਾ ਲੈ ਗਿਆ ਉਹ ਸੈਂਟਰ GST ਹੋ ਗਿਆ, ਰਾਈਟ। ਚਲੋ ਖੈਰ, ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤੁਹਾਡਾ ਜੋ ਆਹ ਗ੍ਰਾਫ ਹੋ ਗਿਆ, ਇਸ ਤੋਂ ਬਾਅਦ ਜਿਹੜੇ ਫੈਕਟ ਰਹਿ ਗਏ, ਫੈਕਟਾਂ ਤੋਂ ਪੜ੍ਹ ਲਓ। ਜਿਵੇਂ ਆਹੀ ਹੈ ਕਿ ਸਿੰਪਲ ਜਿਹਾ ਲੌਜਿਕ ਹੈ ਕਿ ਤੁਹਾਡਾ ਆਹ ਸੈਂਟਰ ਟੈਕਸ ਹੈ, ਸੈਂਟਰਲ ਸੇਲਸ ਟੈਕਸ ਹੋ ਗਏ, ਸਰਵਿਸ ਟੈਕਸ ਹੋ ਗਏ, ਐਕਸਾਈਜ਼ ਹੋ ਗਏ, ਕਸਟਮ ਡਿਊਟੀ ਹੋ ਗਈ, ਰਾਈਟ ਹੈ। ਤੇ ਇੱਧਰ ਤੁਹਾਡਾ ਸਟੇਟ ਲੈਵੀਜ਼ ਆ ਗਏ, ਜਿਹਦੇ ਵਿੱਚ ਵੈਟ ਆ ਗਿਆ, ਲਗਜ਼ਰੀ ਟੈਕਸ ਆ ਗਿਆ, ਇਲੈਕਟ੍ਰਿਸਿਟੀ ਡਿਊਟੀ ਆ ਗਿਆ, ਐਂਟਰਟੇਨਮੈਂਟ ਟੈਕਸ ਆ ਗਿਆ, ਐਂਟਰੀ ਟੈਕਸ ਆ ਗਿਆ। ਸੋ ਬੇਸਿਕਲੀ ਇਹ ਸਾਰਿਆਂ ਨੂੰ ਮਿਲਾ ਕੇ GST ਬਣਾਇਆ ਗਿਆ, ਰਾਈਟ। ਸੋ ਇਹ ਤੁਸੀਂ ਚੰਗੀ ਤਰ੍ਹਾਂ ਸਮਝ ਗਏ। ਇਸ ਤੋਂ ਬਾਅਦ ਜੇਕਰ ਆਪਾਂ ਪੜਾਂਗੇ ਤਾਂ ਉਹ ਪੜਾਂਗੇ ਆਪਾਂ ਬਿਲਕੁਲ ਫੈਕਟ। ਅੱਛਾ, ਫੈਕਟ ਦੇ ਵਿੱਚ ਕੀ ਚੀਜ਼ ਆ ਜਾਂਦੀ ਕਿ GST ਸਾਰੇ ਕਿਤੇ ਜਿਵੇਂ ਸਰਕਾਰ ਨੇ ਲਾਤਾ, ਚਾਰ ਚੀਜ਼ਾਂ ਉਹਦੇ ਵਿੱਚ ਛੱਡਤੀਆਂ, ਜਿਵੇਂ ਕਿ ਉਹਦੇ ਵਿੱਚ ਅਲਕੋਹਲ ਹੋ ਗਿਆ, ਤੁਹਾਡਾ ਪੈਟਰੋਲ ਹੋ ਗਿਆ, ਯਾਨੀ ਲਿਕੁਅਰ ਫਾਰਮ ਦੇ ਵਿੱਚ ਜਿਹੜੀਆਂ ਹੈਗੀਆਂ, ਜਾਂ ਫਿਰ ਆਪਾਂ ਕਹਿ ਲਓ ਤੁਹਾਡੀ ਇਲੈਕਟ੍ਰਿਸਿਟੀ ਹੋ ਗਈ, ਗੈਸ ਹੋ ਗਈ, ਬੇਸਿਕਲੀ ਉਹਨਾਂ ਤੇ ਕੋਈ ਵੀ GST ਨਹੀਂ ਲਾਇਆ। ਇਸੇ ਕਰਕੇ ਤੁਸੀਂ ਦੇਖਦੇ ਹੋਵੋਗੇ ਕਿ ਦਾਰੂ ਕਿਤੇ ਕਿਤੇ ਸਸਤੀ ਹੈ, ਚੰਡੀਗੜ੍ਹ ਜਾਵੜੋ ਸਸਤੀ ਹੈ, ਤੇ ਜਾਂ ਫਿਰ ਐਂ ਕਹਿ ਲਓ ਵੀ ਦਿੱਲੀ ਸਾਈਡ ਤੁਸੀਂ ਪੈਟਰੋਲ ਦੇਖ ਲਓਗੇ, ਪੰਜਾਬ ਸਾਈਡ ਪੈਟਰੋਲ ਦੇਖ ਲਓਗੇ, ਕਿਤੇ ਰਾਜਸਥਾਨ ਜਾਵੜੋਗੇ ਤਾਂ ਪੈਟਰੋਲ ਦੇ ਵਿੱਚ ਵੀ ਤੁਹਾਨੂੰ ਜਿਹੜਾ ਲਿਕੁਅਡ ਆ, ਬੇਸਿਕਲੀ ਲਿਕੁਅਰ ਆ ਜਿਹੜਾ, ਉਹ ਤੁਹਾਨੂੰ ਕੀ ਕਹਿੰਦੇ ਹੁੰਦੇ ਆ, ਉਹਦੇ ਵਿੱਚ ਪ੍ਰਾਈਸ ਦੇ ਵਿੱਚ ਬੇਸਿਕਲੀ ਡਿਫਰੈਂਸ ਮਿਲੂਗਾ। ਕਿਉਂਕਿ ਉਹ GST ਦੇ ਅੰਡਰ ਨਹੀਂ ਆਉਂਦੇ। ਸੋ ਅਲਕੋਹਲ ਨੂੰ ਜੇਕਰ ਪੁੱਛਿਆ ਜਾਵੇ ਕਿ GST ਤੋਂ ਐਗਜ਼ੈਂਪਸ਼ਨ ਕਿਹਨੂੰ ਮਿਲੀ ਹੋਈ ਆ, ਯਾਨੀ GST ਦੇ ਅੰਡਰੋਂ ਕਿਹੜੇ ਨਹੀਂ ਆਉਂਦੇ। ਸੋ ਬੇਸਿਕਲੀ ਅੰਡਰ ਕਿਹੜੇ ਨਹੀਂ ਆਉਂਦੇ, ਅਲਕੋਹਲ ਫॉर ਹਿਊਮਨ ਕੰਜ਼ੰਪਸ਼ਨ, ਤਾਂ ਇਹਦੀ ਜਿਹੜੀ ਪਾਵਰ ਹੈ ਟੈਕਸ ਦੀ ਉਹ ਕਿਹਦੇ ਕੋਲ ਹੈ, ਸਟੇਟ ਕੋਲ ਹੈ। ਪੈਟਰੋਲੀਅਮ ਦੀ ਜੇਕਰ ਗੱਲ ਕਰੀ ਤਾਂ 5 ਪੈਟਰੋਲੀਅਮ ਪ੍ਰੋਡਕਟ ਜਿਵੇਂ ਕਰੂਡ ਆਇਲ ਹੋ ਗਿਆ, ਡੀਜ਼ਲ ਹੋ ਗਿਆ, ਪੈਟਰੋਲ ਹੋ ਗਿਆ, ਨੈਚੁਰਲ ਗੈਸ ਹੋ ਗਿਆ, ਤਾਂ ਇਹ ਤੁਹਾਡੀ ਜਿਹੜੀ ਪਾਵਰ ਟੈਕਸ ਦੀ ਹੈਗੀ ਹੈ ਸਟੇਟ ਕੋਲ ਹੈ, ਰਾਈਟ। ਇਲੈਕਟ੍ਰਿਸਿਟੀ ਵੀ ਜਿਹੜੀ ਹੈਗੀ ਉਹ ਸਟੇਟ ਕੋਲ ਹੈ। ਇਸੇ ਕਰਕੇ ਬਿਜਲੀ ਦੇ ਬਿੱਲ ਆ ਜਿਹੜੇ ਤੁਸੀਂ ਦੇਖਦੇ ਹੋਗੇ, ਬਿਜਲੀ ਦੀ ਜਿਹੜਾ ਬੇਸਿਕਲੀ ਪੰਜਾਬ ਦੇ ਵਿੱਚ ਜਾਂ ਜੇ ਤੁਸੀਂ ਕਹਿ ਲਓ ਵੀ ਦਿੱਲੀ ਦੇ ਵਿੱਚ ਹੋ ਗਿਆ ਤਾਂ ਤੁਹਾਨੂੰ ਡਿਫਰੈਂਸ ਮਿਲਦਾ, ਆਮ ਤੌਰ 'ਤੇ ਮਿਲਦਾ ਕਿ ਪੰਜਾਬ ਦੇ ਵਿੱਚ ਮਹਿੰਗੀ ਹੈ ਬਿਜਲੀ, ਦਿੱਲੀ ਦੇ ਵਿੱਚ ਸਸਤੀ ਹੈ, ਇਹ ਤੁਸੀਂ ਸੁਣਦੇ ਹੋਗੇ। ਸੋ ਉਹਨਾਂ ਨੂੰ GST ਦੇ ਅੰਡਰ ਨਹੀਂ ਰੱਖਿਆ ਗਿਆ। ਸੋ ਸਭ ਤੋਂ ਹੁਣ ਜਿਹੜੇ ਬੇਸਿਕ ਇੰਪੋਰਟੈਂਟ ਬਣਦਾ GST ਕੌਂਸਲ। ਵਾਟ ਇਜ਼ GST ਕੌਂਸਲ? ਸਭਾ ਬੇਸਿਕਲੀ ਕੌਂਸਲ ਜਿਹੜੀ ਜਿਨ੍ਹਾਂ ਨੇ GST ਦੇ ਤੇ ਮੀਟਿੰਗ ਕੀਤੀ ਤੇ GST ਬਣਾਇਆ। ਮੈਂਬਰ 33 ਹੁੰਦੇ। ਚੇਅਰਮੈਨ ਕੌਣ ਹੈ? ਫਾਈਨਾਂਸ ਮਿਨਿਸਟਰ, ਰਾਈਟ ਹੈ। ਫਾਈਨਾਂਸ ਮਿਨਿਸਟਰ ਚੇਅਰਮੈਨ ਹੁੰਦਾ ਹੈਗਾ। MOS ਮਿਨਿਸਟਰ ਆਫ ਸਟੇਟ ਹੋ ਗਿਆ, ਉਹ ਵੀ ਫਾਈਨਾਂਸ ਹੀ ਹੋਊਗਾ, ਰਾਈਟ ਹੈ। ਸਟੇਟ ਮਿਨਿਸਟਰ ਬੇਸਿਕਲੀ ਜਿਹੜਾ ਹੁੰਦਾ ਹੈਗਾ ਸਟੇਟ ਫਾਈਨਾਂਸ ਮਿਨਿਸਟਰ। 28 ਸਟੇਟਾਂ ਆਪਣੀਆਂ, 28 ਦੇ 28 ਜਿੰਨੇ ਵਿੱਤ ਮੰਤਰੀ ਹੋ ਗਏ ਤੁਹਾਡੇ। UT ਫਾਈਨਾਂਸ ਮਿਨਿਸਟਰ ਹੋ ਗਏ ਜਿਹੜੇ ਜਿਵੇਂ ਤਿੰਨ UTਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਲੈਜਿਸਲੇਚਰ ਹੈ ਬੇਸਿਕਲੀ ਦਿੱਲੀ ਹੋ ਗਿਆ ਤੁਹਾਡਾ, ਪੁਡੂਚੇਰੀ ਹੋ ਗਿਆ ਤੇ ਤੁਹਾਡਾ ਜੰਮੂ ਕਸ਼ਮੀਰ ਹੋ ਗਿਆ। 3 UTਆਂ ਹੋ ਗਏ। ਸੋ ਇਹਨਾਂ ਸਾਰਿਆਂ ਨੂੰ ਬਿਠਾ ਕੇ ਯਾਨੀ 33 ਮੈਂਬਰ GST ਕੌਂਸਲ ਦੇ ਬਣਦੇ ਆ। ਸੋ ਫੈਕਟ ਦੇ ਤੌਰ ਤੇ ਇਹ ਚੀਜ਼ਾਂ ਯਾਦ ਰੱਖਣੀਆਂ ਜਿਹੜੀਆਂ ਬਹੁਤ ਇੰਪੋਰਟੈਂਟ ਬਣਦੀਆਂ, ਜਿਵੇਂ ਕਿ ਫਸਟ ਕੰਟਰੀ ਟੂ ਇੰਪਲੀਮੈਂਟ GST ਫਰਾਂਸ ਆ ਤੁਹਾਡਾ, ਜਿਹੜਾ ਕਿ 1954 ਦੇ ਵਿੱਚ ਬੇਸਿਕਲੀ ਪਹਿਲੀ ਵਾਰ GST ਜਿਹੜਾ ਲਾਗੂ ਹੋਇਆ ਉਹ ਫਰਾਂਸ ਦੇ ਵਿੱਚ ਹੋਇਆਗਾ। ਬਟ ਜਿਹੜਾ ਇੰਡੀਆ ਫੋਲੋ ਕਰਦਾਗਾ ਉਹ ਇੰਡੀਆ ਫੋਲੋ ਕਰਦਾ ਕੈਨੇਡੀਅਨ ਮਾਡਲ, ਯਾਨੀ ਕਿ ਆਪਾਂ ਕੈਨੇਡਾ ਨੂੰ ਫੋਲੋ ਕਰਦੇ। ਜਿਵੇਂ ਆਪਾਂ ਸੋਰਸਿਸ ਪੜ੍ਹਦੇ ਹੁੰਦੇ ਆ ਪੋਲਿਟੀ ਦੇ ਵਿੱਚ ਅਕਸਰ ਪੜ੍ਹਦੇ ਆਪਾਂ ਕਿ ਇਰਿਸ਼ ਕੌਂਸਟੀਟਿਊਸ਼ਨ ਜਿਹੜਾ ਬੇਸਿਕਲੀ ਉਹਦੇ ਤੋਂ ਆਪਾਂ ਕੀ ਲਿਆਗਾ, ਕੈਨੇਡੀਅਨ ਕੌਂਸਟੀਟਿਊਸ਼ਨ ਤੋਂ ਆਪਾਂ ਕੀ ਲਿਆ। ਬੇਸਿਕਲੀ ਉਸ ਤਰੀਕੇ ਦੇ ਨਾਲ ਕਹਿ ਸਕਦੇ ਹੋ ਕਿ ਜਿਹੜਾ ਆਪਣਾ GST ਮਾਡਲ ਆਪਾਂ ਕਿੱਥੋਂ ਲਿਆ ਜਾਂ ਕਿੱਥੋਂ ਆਪਾਂ ਫੋਲੋ ਕਰਦੇ ਹਾਂ, ਕੈਨੇਡਾ ਦਾ ਫੋਲੋ ਕਰਦੇ ਹਾਂ, ਰਾਈਟ ਆ। ਕਮੇਟੀ ਜਿਹੜੀ ਬਣੀ ਸੀ GST ਵਾਲੀ, ਉਹ ਕਮੇਟੀ ਕਿਹੜੀ ਸੀਗੀ? ਕੈਲਕਰ ਕਮੇਟੀ ਸੀ, ਬਹੁਤ ਵਾਰੀ ਪੁੱਛਿਆ ਜਾਂਦਾ ਹੁੰਦਾ। ਪ੍ਰੈਜ਼ੀਡੈਂਟ ਆਫ ਇੰਡੀਆ ਨੇ ਸਾਈਨ ਜਿਹੜਾ ਕੀਤਾ ਸੀ ਉਹ 8 ਸਤੰਬਰ 2016 ਨੂੰ ਸਾਈਨ ਕਰਤਾ ਸੀਗਾ। ਇੱਥੇ ਇੱਕ ਚੀਜ਼ ਹੋਰ ਇੰਪੋਰਟੈਂਟ ਬਣਦੀ ਹੈ ਕਿ ਜਦੋਂ ਪ੍ਰੈਜ਼ੀਡੈਂਟ ਨੇ ਸਾਈਨ ਕੀਤੇ ਤਾਂ ਸਾਰੀਆਂ ਸਟੇਟਾਂ ਦੇ ਹੀ ਜਿਵੇਂ ਕਹਿੰਦੇ ਹੁੰਦੇ ਵੀ ਸਹਿਮਤੀ ਲਈ ਗਈ। ਤਾਂ ਸਭ ਤੋਂ ਪਹਿਲਾਂ ਜਿਹੜੀ ਸਹਿਮਤੀ ਦਿੱਤੀ ਸੀਗੀ ਉਹ ਦਿੱਤੀ ਸੀ ਅਸਾਮ ਨੇ, ਤੇ ਸਭ ਤੋਂ ਲਾਸਟ ਦੇ ਵਿੱਚ ਜਿਹੜੀ ਦਿੱਤੀ ਸੀ ਅਸਹਿਮਤੀ ਉਹ ਕਿਹਨੇ ਦਿੱਤੀ ਸੀਗੀ? ਸਹਿਮਤੀ, ਠੀਕ ਹੈ। ਸਹਿਮਤੀ ਜਿਹੜੀ ਦਿੱਤੀ ਸੀ ਅਸਾਮ ਨੇ, ਤੇ ਸਭ ਤੋਂ ਲਾਸਟ ਦੇ ਵਿੱਚ ਦਿੱਤੀ ਸੀ ਜੰਮੂ ਕਸ਼ਮੀਰ ਨੇ। ਪੁੱਛਿਆ ਜਾ ਸਕਦਾ ਹੈਗਾ। ਇੰਪਲੀਮੈਂਟ ਹੋਇਆ ਸੀ 1 ਜੁਲਾਈ 2017 ਨੂੰ। IGST ਜਿਹੜਾ ਹੈਗਾ ਇੰਟੀਗ੍ਰੇਟਡ GST ਬੇਸਿਕਲੀ ਇਹਦੇ ਤੇ ਜ਼ਿਆਦਾ ਭੁਚਾਲ ਪਿਆ ਸੀਗਾ। ਸੋ ਇਹ 269 ਆਰਟੀਕਲ ਦੇ ਵਿੱਚ ਆਉਂਦਾ, 269A ਆਰਟੀਕਲ ਦੇ ਵਿੱਚ ਆਉਂਦਾ ਹੈਗਾ। ਜਿਹੜਾ ਹੈਗਾ ਤੁਹਾਡਾ GSTC ਮਤਲਬ GSTC ਦਾ ਮਤਲਬ ਕੀ ਹੈ? GST
ਤੁਹਾਡਾ ਗੁੱਡਸ ਐਂਡ ਸਰਵਿਸ ਟੈਕਸ ਹੋ ਗਿਆ ਤੇ ਕੌਂਸਲ ਹੋ ਗਿਆ, ਰਾਈਟ। GST ਦੀ ਕੌਂਸਲ ਯਾਨੀ ਕਿ ਜਿਹੜੀ ਆਪਾਂ ਹੁਣ 33 ਮੈਂਬਰਾਂ ਦੀ ਗੱਲ ਕਰਕੇ ਆ, ਤਾਂ ਉਹ 279 ਸੈਕਸ਼ਨ ਦੇ ਵਿੱਚ ਆਉਂਦਾਗਾ। ਬਿੱਲ ਜਿਹੜਾ ਤੁਹਾਡਾ ਇਹ 122ਵਾਂ ਸੀ, ਐਕਟ ਜਿਹੜਾ ਸੀਗਾ ਇਹ 101ਵਾਂ ਸੀਗਾ। ਇਹਦੇ ਵਿੱਚ ਵੀ ਕਨਫਿਊਜ਼ ਹੋਣ ਦੀ ਲੋੜ ਨਹੀਂ। ਬੇਸਿਕਲੀ ਬਿੱਲ ਕੀ ਹੁੰਦਾਗਾ, ਬਿੱਲ ਬਹੁਤ ਤਰੀਕੇ ਦੇ ਹੁੰਦੇ ਆ, ਬਿੱਲ ਬਹੁਤ ਤਰੀਕੇ ਦੇ ਹੁੰਦੇ ਆ। ਯਾਨੀ ਜਿਵੇਂ ਮੰਨ ਲਓ ਬਿੱਲ ਤਾਂ ਸਿਰਫ ਪੇਸ਼ ਹੁੰਦਾ, ਜਿਵੇਂ ਆਪਾਂ ਕਹਿੰਦਾ ਵੀ ਅੱਜ ਬਿੱਲ ਪੇਸ਼ ਹੋ ਗਿਆ, ਰਾਈਟ। ਮੰਨ ਲਓ ਅੱਜ 99 ਜਿਹੜਾ ਬਿੱਲ ਹੈ, 99 ਨੰਬਰ ਬਿੱਲ ਆ, ਅੱਜ ਪੇਸ਼ ਹੋ ਗਿਆ, ਰਾਈਟ। 99 ਨੰਬਰ ਬਿੱਲ ਪੇਸ਼ ਹੋ ਗਿਆ। ਹੁਣ ਕੋਈ ਜ਼ਰੂਰੀ ਨਹੀਂ ਹੈਗਾ ਕਿ ਇਹ ਪਾਸ ਹੋ ਜੇ, ਫੇਲ ਹੋ ਜੇ। ਜੇ ਮੰਨ ਲਓ ਫੇਲ ਹੋ ਗਿਆ ਤਾਂ ਇਹ ਐਕਟ ਨਹੀਂ ਬਣਿਆ, ਰਾਈਟ, ਫੇਲ ਹੀ ਹੋ ਗਿਆ। ਇਸ ਤੋਂ ਬਾਅਦ ਬਿੱਲ ਫਿਰ ਪੇਸ਼ ਕੀਤਾ ਜਾਊਗਾ। ਮੰਨ ਲਓ 100ਵਾਂ ਬਿੱਲ ਪੇਸ਼ ਕੀਤਾ ਗਿਆ, ਮੰਨ ਲਓ ਉਹ ਵੀ ਫੇਲ ਹੋ ਗਿਆ, ਫਿਰ 101ਵਾਂ ਕੀਤਾ ਗਿਆ, ਫਿਰ ਉਹ ਵੀ ਫੇਲ ਹੋ ਗਿਆ। ਜੇ ਮੰਨ ਲਓ 102ਵਾਂ ਪਾਸ ਹੋ ਗਿਆ ਤਾਂ ਇਹਦਾ ਮਤਲਬ ਉਹ ਬਿੱਲ ਹੋ ਗਿਆ ਤੇ ਉਹ ਐਕਟ ਹੋ ਗਿਆ, ਰਾਈਟ। ਸੋ ਇਸੇ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ 122ਵਾਂ ਤਾਂ ਇਹ ਬਿੱਲ ਸੀਗਾ, ਯਾਨੀ ਇਹ ਕਿੰਨੇ ਵਾਰੀ ਰਿਜੈਕਟ ਹੋ ਚੁੱਕਿਆ ਇਸ ਤੋਂ ਪਹਿਲਾਂ, ਰਾਈਟ। 122ਵਾਂ ਇਹ ਬਿੱਲ ਸੀਗਾ ਤੇ ਜਦੋਂ ਐਕਟ ਬਣਿਆ ਤਾਂ ਉਹ 101ਵਾਂ ਐਕਟ ਬਣਿਆਗਾ, ਰਾਈਟ। ਸੋ ਮੇਰੇ ਧਿਆਨ ਦੇ ਨਾਲ ਚੀਜ਼ ਤੁਸੀਂ ਸਮਝ ਗਏ ਹੋਗੇ। ਫੋਰ ਐਗਜ਼ਾਮਪਲ ਹੁਣ ਤੱਕ ਜੇ ਆਪਾਂ ਐਗਜ਼ਾਮਪਲ ਇੱਕ ਤਰੀਕੇ ਨਾਲ ਹੋਰ ਮੈਂ ਸਮਝਾ ਦਿੰਦਾ। ਫੋਰ ਐਗਜ਼ਾਮਪਲ ਹੁਣ ਤੱਕ 99 ਐਕਟ ਪਾਸ ਹੋ ਚੁੱਕੇ ਆ, 99 ਐਕਟ ਪਾਸ ਹੋ ਚੁੱਕੇ ਆ ਤੇ ਇੱਧਰ ਬਿੱਲ ਆ ਜਿਹੜੇ ਉਹ ਵੀ 99 ਬਿੱਲ ਹੀ ਆ, ਮੰਨ ਲਓ, ਠੀਕ ਹੈ। 99 ਬਿੱਲ ਪਾਸ ਹੋ ਚੁੱਕੇ ਆ। 99 ਬਿੱਲ ਜਿਹੜਾ 99ਵਾਂ ਬਿੱਲ ਸੀਗਾ ਜਿਹੜਾ ਉਹ ਪਾਸ ਹੋ ਗਿਆ ਤੇ ਜਿਹੜਾ 99 ਵਾਲਾ ਐਕਟ ਸੀਗਾ ਉਹ ਪਾਸ ਹੋ ਗਿਆ, ਰਾਈਟ ਹੋ ਗਿਆ। ਕਿਉਂਕਿ ਬਿੱਲ ਪਾਸ ਹੋ ਗਿਆ ਤਾਂ 99 ਐਕਟ ਬਣ ਗਿਆ। ਇਹ ਮੰਨ ਲਓ ਇੱਥੋਂ ਸਥਿਤੀ ਚਾਲੂ ਹੋਈ ਹੈ। ਮੰਨ ਲਓ 100ਵਾਂ ਬਿੱਲ ਪੇਸ਼ ਹੋਇਆ, 100ਵਾਂ ਬਿੱਲ ਪੇਸ਼ ਹੋਇਆ ਬਟ ਇਹ ਫੇਲ ਹੋ ਗਿਆ, ਯਾਨੀ ਲਾਗੂ ਨਹੀਂ ਹੋਇਆ, ਯਾਨੀ ਕਿ ਇਹ ਗਲਤ ਹੋ ਗਿਆ। ਇਸ ਤੋਂ ਬਾਅਦ 101 ਬਿੱਲ ਪੇਸ਼ ਹੋਇਆ, ਇਹ ਵੀ ਮੰਨ ਲਓ ਫੇਲ ਹੋ ਗਿਆ, ਇਹ ਵੀ ਲਾਗੂ ਨਹੀਂ ਹੋਇਆ। ਇਸ ਤੋਂ ਬਾਅਦ ਮੰਨ ਲਓ 102, ਇਸ ਤੋਂ 103 ਤੇ ਇਸੇ ਤਰੀਕੇ ਨਾਲ ਮੰਨ ਲਓ ਵੀ 122ਵਾਂ ਬਿੱਲ ਪੇਸ਼ ਹੋਇਆ ਤੇ ਉਹ ਪਾਸ ਹੋ ਗਿਆ। ਹੁਣ ਇਹ ਬਿੱਲ ਤਾਂ 122ਵਾਂ ਹੋ ਗਿਆ ਬਟ ਐਕਟ ਕਿਹੜਾ ਹੋਊਗਾ, 100ਵਾਂ। ਐਕਟ ਕਿਹੜਾ ਹੋਊਗਾ, 100ਵਾਂ, ਰਾਈਟ। ਉਸੇ ਤਰੀਕੇ ਦੇ ਨਾਲ ਯਾਨੀ ਐਕਟ ਤਾਂ ਉਦੋਂ ਬਣੂਗਾ ਜਦੋਂ ਬਿੱਲ ਪਾਸ ਤੇ ਤੁਸੀਂ ਕਹਿ ਸਕਦੇ ਹੋ ਲਾਗੂ ਹੋ ਗਿਆ। ਇੱਕ ਤਰੀਕੇ ਦੇ ਨਾਲ ਬਿੱਲ ਜਿਹੜਾ ਇਹ 122ਵਾਂ ਤੇ ਐਕਟ ਆ ਜਿਹੜਾ ਇਹ 101ਵਾਂ, ਰਾਈਟ ਹੋ ਗਿਆ। ਸੋ ਇਹ GST ਨੂੰ ਮੇਰੇ ਹਿਸਾਬ ਦੇ ਨਾਲ ਇਸ ਤੋਂ ਸੌਖੇ ਢੰਗ ਦੇ ਨਾਲ ਨਹੀਂ ਪੜ੍ਹਿਆ ਜਾ ਸਕਦਾ, ਬਹੁਤ ਚੰਗੀ ਤਰ੍ਹਾਂ ਤੁਹਾਨੂੰ ਪੜ੍ਹਾਤਾ। ਇਸ ਤੋਂ ਬਾਅਦ ਜਿਹੜਾ GST ਵਾਲਾ ਰਹਿ ਗਿਆ ਉਹ ਜਿਵੇਂ ਕਹਿੰਦੇ ਹੁੰਦੇ ਵੀ ਇੱਕ ਟੈਕਨੀਕਲ ਟਰਮਸ ਦੇ ਵਿੱਚ ਆਪਾਂ ਉਹਨਾਂ ਦੇ ਫਾਇਦੇ ਪੜ੍ਹ ਸਕਦੇ ਹਾਂ, ਜਿਵੇਂ ਉਹ ਮੈਂ ਤੁਹਾਨੂੰ ਅਗਲੇ ਲੈਕਚਰ ਦੇ ਵਿੱਚ ਪੜ੍ਹਾਉਂਗਾ, ਜਾਂ ਐਂ ਕਹ ਲਓ ਵੀ ਤੁਹਾਨੂੰ ਐਪਲੀਕੇਸ਼ਨ ਦੇ ਵਿੱਚ ਹੀ ਪੜ੍ਹਾਉਂਗਾ। ਜਿਵੇਂ ਬੈਨੀਫਿਟਸ ਆਫ GST ਹੈ ਕੀ ਆ, ਡਿਕਰੀਜ਼ ਇਨ ਇਨਫਲੇਸ਼ਨ, ਈਜ਼ ਆਫ ਡੂਇੰਗ ਬਿਜ਼ਨਸ, ਡਿਕਰੀਜ਼ ਇਨ ਬਲੈਕ ਟ੍ਰਾਂਜੈਕਸ਼ਨ, ਇਹ ਕੀ ਹੁੰਦਾਗਾ, ਸਾਰੇ ਇਹਦੇ ਬਾਰੇ ਚਰਚਾ ਕਰਾਂਗੇ। ਜਾਂ ਫਿਰ ਇਹਦੇ ਵਿੱਚ ਜਿਹੜਾ ਕੰਜ਼ਿਊਮਰ ਬਾਰੇ ਆ ਗਿਆ, ਪੂਰਾ ਸਟੇਟਸ ਟੂ ਗੇਨ ਹੋ ਗਿਆ, ਮੇਕ ਇਨ ਇੰਡੀਆ ਹੋ ਗਿਆ, ਰਾਈਟ। ਸੋ ਇਹ ਚੀਜ਼ਾਂ ਤੇ ਬਾਕੀ GST ਭਰਦਾ ਕੌਣ ਹੈ, ਜਿਵੇਂ ਆਪਾਂ ਗੱਲ ਕਰਾਂਗੇ ਕਿ 20 ਲੱਖ ਤੋਂ ਉੱਤੇ ਜੇਕਰ ਹੋ ਜਾਵੇ ਇਨਕਮ ਕਿਸੇ ਕੰਪਨੀ ਦੀ ਤਾਂ ਉਹਨੂੰ GST ਲੈਣਾ ਪਊਗਾ, ਰਾਈਟ। ਕੁਛ ਸਟੇਟਸ ਦੇ ਵਿੱਚ ਜਿਵੇਂ ਆਪਾਂ ਜਿਹੜੀਆਂ ਸ਼ਡਿਊਲ ਸਟੇਟਸ ਆਪਾਂ ਕਹਿੰਦੇ ਆ ਉਹਨਾਂ ਨੂੰ 10 ਲੱਖ ਤੱਕ ਹੈ, ਰਾਈਟ। ਤੇ ਜਾਂ ਫਿਰ ਆਪਾਂ ਗੱਲ ਕਰੀਏ ਵੀ ਜੇਕਰ GST ਤੁਸੀਂ ਨਹੀਂ ਭਰਦੇ ਤਾਂ ਕੀ ਹੋ ਸਕਦਾ, ਕਿੰਨੇ ਸਾਲਾਂ ਦੀ ਸਜ਼ਾ ਪ੍ਰਾਵਧਾਨ ਹੈ, ਜਿਵੇਂ 5 ਸਾਲਾਂ ਦੀ ਸਜ਼ਾ ਹੋ ਸਕਦੀ ਹੈ, ਰਾਈਟ। ਤੇ ਜਾਂ ਫਿਰ 20 ਲੱਖ ਤੋਂ ਇਲਾਵਾ ਹੋਰ ਕਿਹੜੇ ਪ੍ਰੋਵੀਜ਼ਨ ਆ ਜਿਹੜੇ GST ਤੇ ਤੁਹਾਨੂੰ ਕਰਨੇ ਪੈਣਗੇ, ਰਾਈਟ। ਜਾਂ GST ਕਿਵੇਂ ਭਰਨਾ ਪੈਂਦਾ, ਮਹੀਨੇ ਦੇ ਵਿੱਚ 3 ਵਾਰੀ ਭਰਨਾ ਪੈਂਦਾ, ਰਾਈਟ। ਸੋ ਉਸ ਤਰੀਕੇ ਦੇ ਆਪਾਂ ਇਹ ਚੀਜ਼ਾਂ ਨੂੰ ਕਰਾਂਗੇ, ਰਾਈਟ ਹੋਗਾ। ਸੋ ਮੇਰੇ ਹਿਸਾਬ ਦੇ ਨਾਲ ਇਸ ਲੈਕਚਰ ਦੇ ਵਿੱਚ ਮੇਰਾ ਮੇਨ ਮਕਸਦ ਸੀਗਾ ਕਿ GST ਹੈ ਕਿ ਕਿੰਨੇ ਤਰ੍ਹਾਂ ਦਾ GST ਹੈ। ਬਾਕੀ ਬਹੁਤ ਤਰ੍ਹਾਂ ਦੇ ਸਟੈਟਿਕ ਫੈਕਟ ਬਣਦੇ ਉਹਨਾਂ ਨੂੰ ਤਾਂ ਵੈਸੇ ਹੀ ਆਪਾਂ ਯਾਦ ਕਰ ਲਾਂਗੇ। ਜਿਵੇਂ ਗੁੱਡਸ ਐਂਡ ਸਰਵਿਸਿਜ਼ ਟੈਕਸ ਐਕਟ ਆ ਜਿਹੜਾ ਪਾਸ ਹੋਇਆ ਪਾਰਲੀਮੈਂਟ ਦੇ ਵਿੱਚ 29 ਮਾਰਚ 2017 ਨੂੰ ਹੋ ਗਿਆ, ਜਿਹੜਾ ਬੇਸਿਕਲੀ ਜਿਹੜਾ ਐਕਟ ਪਾਸ ਹੋਇਆਗਾ ਤੇ ਕੇਮ ਇਨਟੂ ਇਫੈਕਟ 1 ਜੁਲਾਈ 2017 ਨੂੰ ਇਹ ਬੇਸਿਕਲੀ ਇੰਪਲੀਮੈਂਟ ਹੋ ਗਿਆ, ਰਾਈਟ ਹੋ ਗਿਆ। ਡੈਸਟੀਨੇਸ਼ਨ ਬੇਸਡ ਟੈਕਸ ਆਪਾਂ ਕਹਿੰਦੇ ਆ, ਜਿਵੇਂ IGST ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀਗਾ। ਇਸੇ ਕਰਕੇ GST ਨੂੰ ਕੀ ਕਿਹਾ ਜਾਂਦਾਗਾ, ਡੈਸਟੀਨੇਸ਼ਨ ਬੇਸਡ ਟੈਕਸ ਕਿਹਾ ਜਾਂਦਾਗਾ। ਸਿੰਗਲ ਡੋਮੈਸਟਿਕ ਇੰਡਾਇਰੈਕਟ ਟੈਕਸ, ਬੇਸਿਕਲੀ GST ਵੀ ਇੱਕ ਤਰੀਕੇ ਦਾ ਇਨਡਾਇਰੈਕਟ ਟੈਕਸ ਹੀ ਹੈ, ਕਿਉਂਕਿ ਸਾਰੇ ਇਨਡਾਇਰੈਕਟ ਟੈਕਸ ਨੂੰ ਮਿਲਾ ਕੇ ਹੀ ਤਾਂ ਆਪਾਂ GST ਬਣਾਇਆਗਾ। ਸੋ ਮੇਰੇ ਹਿਸਾਬ ਦੇ ਨਾਲ ਤੁਸੀਂ ਪੂਰੀ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਅੱਜ ਦਾ ਜਿਹੜਾ ਸੈਸ਼ਨ ਸੀਗਾ ਆਪਣਾ GST ਗੁੱਡਸ ਐਂਡ ਸਰਵਿਸਿਜ਼। ਇਸ ਤੋਂ ਬਾਅਦ ਬਹੁਤ ਡਿਟੇਲ ਜਿਹਦੀ GST ਬਾਰੇ ਆਪਾਂ ਹੋਰ ਪੜਾਂਗੇ। ਸੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਵੱਧ ਤੋਂ ਵੱਧ ਲਾਈਕ ਕਰ ਦਿਓ ਤੇ ਬਾਕੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਲਿੰਕ ਪਏ ਆ ਤੇ ਆਪਾਂ ਹੋਰ ਨਵੀਂ ਵੀਡੀਓਜ਼ ਨਾਲ ਮਿਲਦੇ ਰਹਾਂਗੇ। ਤੇ ਬਾਕੀ ਇਸ ਤੋਂ ਬਾਅਦ ਮੈਂ GST ਦੇ ਕੁਝ ਕੁਐਸਚਨ ਵੀ ਕਰਵਾਉਂਗਾ ਜਿਹੜੇ GST ਦੇ ਕੁਐਸਚਨ ਬਣਦੇ ਹੋਣਗੇ, ਰਾਈਟ। ਸੋ ਬਾਏ ਬਾਏ, ਟੇਕ ਕੇਅਰ ਤੇ ਆਪਾਂ ਹੋਰ ਨਵੀਂ ਵੀਡੀਓਜ਼ ਨਾਲ ਮਿਲਦੇ ਰਹਾਂਗੇ। ਥੈਂਕ ਯੂ ਵੈਰੀ ਮਚ। ਬਾਬਾ ਨਾਨਕ ਮਿਹਰ ਕਰੇ।